ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ ਹੈ। ਡੰਡੀ ਇਸ ਦੀ ਸਥਾਪਨਾ 1921 ਵਿੱਚ ਹੋਈ ਸੀ। ਡੰਡੀ ਰੂਸ ਵਿੱਚ ਜ਼ਾਰ ਸਾਮਰਾਜ ਦੇ ਖਿਲਾਫ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਚੀਨ ਵਿੱਚ ਵੀ ਕਮਿਊਨਿਸਟ ਅੰਦੋਲਨ ਨੇ ਜ਼ੋਰ ਫੜ ਲਿਆ ਸੀ। ਡੰਡੀ 1949 ਵਿੱਚ ਦੇਸ਼ ਦੇ ਵੱਡੇ ਕਮਿਊਨਿਸਟ ਆਗੂ ਮਾਓ ਜ਼ੇ ਤੁੰਗ ਦੀ ਅਗਵਾਈ ਵਿੱਚ ਸੈਂਟਰ ਪੀਪਲਜ਼ ਗਵਰਨਮੈਂਟ ਬਣ ਗਈ ਸੀ। ਡੰਡੀ ਲਗਭਗ ਪਿਛਲੇ 72 ਸਾਲ ਤੋਂ ਚੀਨ ਵਿੱਚ ਕਮਿਊਨਿਸਟ ਪਾਰਟੀ ਦਾ ਹੀ ਰਾਜ ਚੱਲਿਆ ਆ ਰਿਹਾ ਹੈ। ਡੰਡੀ ਹੁਣ ਉੱਥੋਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਹੈ, ਜਿਸ ਨੇ 2012 ਵਿੱਚ ਸੱਤਾ ਸੰਭਾਲੀ ਸੀ ਅਤੇ ਹੁਣ ਉਹ ਉਮਰ ਭਰ ਲਈ ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਦੇਸ਼ ਦਾ ਰਾਸ਼ਟਰਪਤੀ ਅਤੇ ਫੌਜ ਦਾ ਮੁਖੀ ਹੈ। ਡੰਡੀ ਮਾਓ ਤੋਂ ਸ਼ੁਰੂ ਹੋ ਕੇ ਸ਼ੀ ਤੱਕ ਪਹੁੰਚੇ ਚੀਨ ਨੇ ਅਨੇਕਾਂ ਪੜਾਅ ਤੈਅ ਕੀਤੇ ਹਨ। ਡੰਡੀ ਅੱਜ ਉਹ ਦੁਨੀਆ ਦੀ ਦੂਸਰੀ ਵੱਡੀ ਆਰਥਿਕ ਸ਼ਕਤੀ ਬਣ ਚੁੱਕਾ ਹੈ। ਡੰਡੀ ਆਉਂਦੇ ਸਮੇਂ ਵਿੱਚ ਵੀ ਹਾਲੇ ਚੀਨ ਵਿੱਚ ਇੱਕ ਪਾਰਟੀ ਦਾ ਰਾਜ ਬਣੇ ਰਹਿਣ ਦੀ ਸੰਭਾਵਨਾ ਹੈ। ਡੰਡੀ ਦੂਸਰੇ ਸ਼ਬਦਾਂ ਵਿੱਚ ਹੁਣ ਇਸ ਨੂੰ ਇੱਕ ਪਾਰਟੀ ਜਾਂ ਇਸ ਤੋਂ ਵੀ ਅੱਗੇ ਇੱਕ ਵਿਅਕਤੀ ਦੀ ਤਾਨਾਸ਼ਾਹੀ ਵਾਲਾ ਰਾਜ ਹੀ ਕਿਹਾ ਜਾ ਸਕਦਾ ਹੈ। ਡੰਡੀ ਪਹਿਰਾ ਮਾਓ ਜ਼ੇ ਤੁੰਗ ਨੇ ਵੀ ਸਖਤੀ ਨਾਲ ਰਾਜ ਕੀਤਾ ਸੀ, ਪਰ ਉਸ ਤੋਂ ਬਾਅਦ ਡੈਂਗ ਸ਼ਿਆਓਪਿੰਗ ਦੀ ਅਗਵਾਈ ਵਿੱਚ ਦੇਸ਼ ਨੂੰ ਆਰਥਿਕ ਖੁੱਲ੍ਹਾਂ ਦਿੱਤੀਆਂ ਗਈਆਂ ਸਨ ਅਤੇ ਇਸ ਨੂੰ ਇੱਕ ਵੱਡੇ ਬਾਜ਼ਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਸੀ। ਡੰਡੀ ਇਸ ਸਮੇਂ ਵਿੱਚ ਚੀਨ ਨੇ ਵਪਾਰ ਅਤੇ ਸਨਅਤੀਕਰਨ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਡੰਡੀ ਇਸ ਦੇ ਦਾਅਵੇ ਵਿੱਚ ਵੱਡੀ ਸੱਚਾਈ ਭਾਸਦੀ ਹੈ ਕਿ ਉਸ ਨੇ 80 ਕਰੋੜ ਦੇ ਲਗਭਗ ਲੋਕਾਂ ਨੂੰ ਅਤਿ ਗਰੀਬੀ ਤੋਂ ਉੱਪਰ ਚੁੱਕ ਦਿੱਤਾ ਹੈ। ਡੰਡੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਭਾਸ਼ਣ ਵਿੱਚ ਦੇਸ਼ ਵਿੱਚ 1840 ਦੀ ਹਾਫਿਮ ਦੀ ਜੰਗ ਦਾ ਜ਼ਿਕਰ ਕੀਤਾ, ਜਿਸ ਸਮੇਂ ਦੇਸ਼ ਵਿੱਚ ਗੁਰਬਤ ਅਤੇ ਨਸ਼ੇ ਦਾ ਰਾਜ ਸੀ ਅਤੇ ਉਸ 'ਤੇ ਇੱਕ ਤਰ੍ਹਾਂ ਨਾਲ ਬਸਤੀਵਾਦ ਦਾ ਵੱਡਾ ਪ੍ਰਭਾਵ ਬਣਿਆ ਹੋਇਆ ਸੀ। ਡੰਡੀ ਉਸ ਦਾ ਸਮਾਜ ਜਾਗੀਰਦਾਰੀ ਪ੍ਰਬੰਧ ਦਾ ਗੁਲਾਮ ਹੋ ਕੇ ਰਹਿ ਗਿਆ ਸੀ। ਡੰਡੀ ਅੱਜ ਉੱਥੇ ਹਾਲਾਤ ਬਦਲ ਗਏ ਹਨ। ਡੰਡੀ ਚੀਨ ਨੇ ਇੱਕ ਤਰ੍ਹਾਂ ਨਾਲ ਦੁਨੀਆ ਭਰ ਦੀ ਤਜਾਰਤ ਅਤੇ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਡੰਡੀ ਇਸ ਦੀ ਫੌਜੀ ਸ਼ਕਤੀ ਵਿੱਚ ਵੀ ਅਥਾਹ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ। ਡੰਡੀ ਚਾਹੇ ਅੱਜ ਵੀ ਉੱਥੇ ਸਮਾਜਵਾਦ
ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ ਹੈ। ਡੈਂਡੀ ਇਸ ਦੀ ਸਥਾਪਨਾ 1921 ਵਿੱਚ ਹੋਈ ਸੀ। ਡੈਂਡੀ ਰੂਸ ਵਿੱਚ ਜ਼ਾਰ ਸਾਮਰਾਜ ਦੇ ਖਿਲਾਫ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਚੀਨ ਵਿੱਚ ਵੀ ਕਮਿਊਨਿਸਟ ਅੰਦੋਲਨ ਨੇ ਜ਼ੋਰ ਫੜ ਲਿਆ ਸੀ। ਡੈਂਡੀ 1949 ਵਿੱਚ ਦੇਸ਼ ਦੇ ਵੱਡੇ ਕਮਿਊਨਿਸਟ ਆਗੂ ਮਾਓ ਜ਼ੇ ਤੁੰਗ ਦੀ ਅਗਵਾਈ ਵਿੱਚ ਸੈਂਟਰ ਪੀਪਲਜ਼ ਗਵਰਨਮੈਂਟ ਬਣ ਗਈ ਸੀ। ਡੈਂਡੀ ਲਗਭਗ ਪਿਛਲੇ 72 ਸਾਲ ਤੋਂ ਚੀਨ ਵਿੱਚ ਕਮਿਊਨਿਸਟ ਪਾਰਟੀ ਦਾ ਹੀ ਰਾਜ ਚੱਲਿਆ ਆ ਰਿਹਾ ਹੈ। ਡੈਂਡੀ ਹੁਣ ਉੱਥੋਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਹੈ, ਜਿਸ ਨੇ 2012 ਵਿੱਚ ਸੱਤਾ ਸੰਭਾਲੀ ਸੀ ਅਤੇ ਉਹ ਹੁਣ ਉਮਰ ਭਰ ਲਈ ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਦੇਸ਼ ਦਾ ਰਾਸ਼ਟਰਪਤੀ ਅਤੇ ਫੌਜ ਦਾ ਮੁਖੀ ਹੈ। ਡੈਂਡੀ ਮਾਓ ਤੋਂ ਸ਼ੁਰੂ ਹੋ ਕੇ ਸ਼ੀ ਤੱਕ ਪਹੁੰਚੇ। ਚੀਨ ਨੇ ਅਨੇਕਾਂ ਪੜਾਅ ਤੈਅ ਕੀਤੇ ਹਨ। ਡੈਂਡੀ ਅੱਜ ਉਹ ਦੁਨੀਆ ਦੀ ਦੂਸਰੀ ਵੱਡੀ ਆਰਥਿਕ ਸ਼ਕਤੀ ਬਣ ਚੁੱਕਾ ਹੈ। ਡੈਂਡੀ ਆਉਂਦੇ ਸਮੇਂ ਵਿੱਚ ਵੀ ਹਾਲੇ ਚੀਨ ਵਿੱਚ ਇੱਕ ਪਾਰਟੀ ਦਾ ਰਾਜ ਬਣੇ ਰਹਿਣ ਦੀ ਸੰਭਾਵਨਾ ਹੈ। ਡੈਂਡੀ ਦੂਸਰੇ ਸ਼ਬਦਾਂ ਵਿੱਚ ਹੁਣ ਇਸ ਨੂੰ ਇੱਕ ਪਾਰਟੀ ਜਾਂ ਇਸ ਤੋਂ ਵੀ ਅੱਗੇ ਇੱਕ ਵਿਅਕਤੀ ਦੀ ਤਾਨਾਸ਼ਾਹੀ ਵਾਲਾ ਰਾਜ ਹੀ ਕਿਹਾ ਜਾ ਸਕਦਾ ਹੈ। ਡੈਂਡੀ ਪੈਰਾ ਮਾਓ ਜ਼ੇ ਤੁੰਗ ਨੇ ਵੀ ਸਖਤੀ ਨਾਲ ਰਾਜ ਕੀਤਾ ਸੀ, ਪਰ ਉਸ ਤੋਂ ਬਾਅਦ ਦੈਂਗ ਸ਼ਿਆਓਪਿੰਗ ਦੀ ਅਗਵਾਈ ਵਿੱਚ ਦੇਸ਼ ਨੂੰ ਆਰਥਿਕ ਖੁੱਲ੍ਹਾਂ ਦਿੱਤੀਆਂ ਗਈਆਂ ਸਨ ਅਤੇ ਇਸ ਨੂੰ ਇੱਕ ਵੱਡੇ ਬਾਜ਼ਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਸੀ। ਡੈਂਡੀ ਇਸ ਸਮੇਂ ਵਿੱਚ ਚੀਨ ਨੇ ਵਪਾਰ ਅਤੇ ਸਨਅਤੀਕਰਨ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਡੈਂਡੀ ਇਸ ਦੇ ਦਾਅਵੇ ਵਿੱਚ ਵੱਡੀ ਸੱਚਾਈ ਭਾਸਦੀ ਹੈ ਕਿ ਉਸ ਨੇ 80 ਕਰੋੜ ਦੇ ਲਗਭਗ ਲੋਕਾਂ ਨੂੰ ਅਤ ਗਰੀਬੀ ਤੋਂ ਉੱਪਰ ਚੁੱਕ ਦਿੱਤਾ ਹੈ। ਡੈਂਡੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਭਾਸ਼ਣ ਵਿੱਚ ਦੇਸ਼ ਵਿੱਚ 1840 ਦੀ ਅਫੀਮ ਦੀ ਜੰਗ ਦਾ ਜ਼ਿਕਰ ਕੀਤਾ, ਜਿਸ ਸਮੇਂ ਦੇਸ਼ ਵਿੱਚ ਗੁਰਬਤ ਅਤੇ ਨਸ਼ੇ ਦਾ ਰਾਜ ਸੀ ਅਤੇ ਉਸ 'ਤੇ ਇੱਕ ਤਰ੍ਹਾਂ ਨਾਲ ਬਸਤੀਵਾਦੀਆਂ ਦਾ ਵੱਡਾ ਪ੍ਰਭਾਵ ਬਣਿਆ ਹੋਇਆ ਸੀ। ਡੈਂਡੀ ਉਸ ਦਾ ਸਮਾਜ ਜਾਗੀਰਦਾਰੀ ਪ੍ਰਬੰਧ ਦਾ ਗੁਲਾਮ ਹੋ ਕੇ ਰਹਿ ਗਿਆ ਸੀ। ਡੈਂਡੀ ਅੱਜ ਉੱਥੇ ਹਾਲਾਤ ਬਦਲ ਗਏ ਹਨ। ਡੈਂਡੀ ਚੀਨ ਨੇ ਇੱਕ ਤਰ੍ਹਾਂ ਨਾਲ ਦੁਨੀਆ ਭਰ ਦੀ ਤਜਾਰਤ ਅਤੇ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਡੈਂਡੀ ਇਸ ਦੀ ਫੌਜੀ ਸ਼ਕਤੀ ਵਿੱਚ ਵੀ ਅਥਾਹ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ। ਡੈਂਡੀ ਚਾਹੇ ਅੱਜ ਵੀ ਉੱਥੇ ਸਮਾਜਵਾਦ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਪਰ ਇਸ ਦੀ ਪੁਰਾਣੀ ਪਰਿਭਾਸ਼ਾ ਬਿਲਕੁਲ ਬਦਲ ਗਈ ਜਾਪਦੀ ਹੈ। ਡੈਂਡੀ ਵਧੇਰੇ ਸ਼ਕਤੀਸ਼ਾਲੀ ਬਣ ਜਾਣ ਕਾਰਨ ਅਤੇ ਇੱਕ ਪਾਰਟੀ ਤਾਨਾਸ਼ਾਹੀ ਅਧੀਨ ਕੁਝ ਚੋਣਵੇਂ ਲੋਕਾਂ ਦੀ ਹੀ ਹਕੂਮਤ ਬਣੀ ਰਹਿਣ ਕਾਰਨ ਚੀਨ ਦੀ ਸਰਕਾਰੀ ਮਾਨਸਿਕਤਾ ਵਿੱਚ ਵੀ ਵੱਡਾ ਬਦਲਾਅ ਆ ਚੁੱਕਾ ਹੈ। ਡੈਂਡੀ ਦੁਨੀਆ ਦੀ ਹਰ ਤਰ੍ਹਾਂ ਨਾਲ ਸਟੋਪ
ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ ਹੈ। ਡੰਡੀ ਇਸ ਦੀ ਸਥਾਪਨਾ 1921 ਵਿੱਚ ਹੋਈ ਸੀ। ਡੰਡੀ ਰੂਸ ਵਿੱਚ ਜ਼ਾਰ ਸਾਮਰਾਜ ਦੇ ਖਿਲਾਫ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਚੀਨ ਵਿੱਚ ਵੀ ਕਮਿਊਨਿਸਟ ਅੰਦੋਲਨ ਨੇ ਜ਼ੋਰ ਫੜ ਲਿਆ ਸੀ। ਡੰਡੀ 1949 ਵਿੱਚ ਦੇਸ਼ ਦੇ ਵੱਡੇ ਕਮਿਊਨਿਸਟ ਆਗੂ ਮਾਓ ਜੇ ਤੁੰਗ ਦੀ ਅਗਵਾਈ ਵਿੱਚ ਸੈਂਟਰ ਪੀਪਲਜ਼ ਗਵਰਨਮੈਂਟ ਬਣ ਗਈ ਸੀ। ਡੰਡੀ ਲਗਭਗ ਪਿਛਲੇ 72 ਸਾਲ ਤੋਂ ਚੀਨ ਵਿੱਚ ਕਮਿਊਨਿਸਟ ਪਾਰਟੀ ਦਾ ਹੀ ਰਾਜ ਚੱਲਿਆ ਆ ਰਿਹਾ ਹੈ। ਡੰਡੀ ਹੁਣ ਉੱਥੋਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਹੈ, ਜਿਸ ਨੇ 2012 ਵਿੱਚ ਸੱਤਾ ਸੰਭਾਲੀ ਸੀ ਅਤੇ ਉਹ ਹੁਣ ਉਮਰ ਭਰ ਲਈ ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਦੇਸ਼ ਦਾ ਰਾਸ਼ਟਰਪਤੀ ਅਤੇ ਫੌਜ ਦਾ ਮੁਖੀ ਹੈ। ਡੰਡੀ ਮਾਓ ਤੋਂ ਸ਼ੁਰੂ ਹੋ ਕੇ ਸ਼ੀ ਤੱਕ ਪਹੁੰਚੇ ਚੀਨ ਨੇ ਅਨੇਕਾਂ ਪੜਾਅ ਤੈਅ ਕੀਤੇ ਹਨ। ਡੰਡੀ ਅੱਜ ਉਹ ਦੁਨੀਆ ਦੀ ਦੂਸਰੀ ਵੱਡੀ ਆਰਥਿਕ ਸ਼ਕਤੀ ਬਣ ਚੁੱਕਾ ਹੈ। ਡੰਡੀ ਆਉਂਦੇ ਸਮੇਂ ਵਿੱਚ ਵੀ ਹਾਲੇ ਚੀਨ ਵਿੱਚ ਇੱਕ ਪਾਰਟੀ ਦਾ ਰਾਜ ਬਣੇ ਰਹਿਣ ਦੀ ਸੰਭਾਵਨਾ ਹੈ। ਡੰਡੀ ਦੂਸਰੇ ਸ਼ਬਦਾਂ ਵਿੱਚ ਹੁਣ ਇਸ ਨੂੰ ਇੱਕ ਪਾਰਟੀ ਜਾਂ ਇਸ ਤੋਂ ਵੀ ਅੱਗੇ ਇੱਕ ਵਿਅਕਤੀ ਦੀ ਤਾਨਾਸ਼ਾਹੀ ਵਾਲਾ ਰਾਜ ਹੀ ਕਿਹਾ ਜਾ ਸਕਦਾ ਹੈ। ਡੰਡੀ ਪੈਰਾ ਮਾਓ ਜੇ ਤੁੰਗ ਨੇ ਵੀ ਸਖਤੀ ਨਾਲ ਰਾਜ ਕੀਤਾ ਸੀ, ਪਰ ਉਸ ਤੋਂ ਬਾਅਦ ਦੈਂਗ ਸ਼ਿਆਓਪਿੰਗ ਦੀ ਅਗਵਾਈ ਵਿੱਚ ਦੇਸ਼ ਨੂੰ ਆਰਥਿਕ ਖੁੱਲ੍ਹਾਂ ਦਿੱਤੀਆਂ ਗਈਆਂ ਸਨ ਅਤੇ ਇਸ ਨੂੰ ਇੱਕ ਵੱਡੇ ਬਾਜ਼ਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਸੀ। ਡੰਡੀ ਇਸ ਸਮੇਂ ਵਿੱਚ ਚੀਨ ਨੇ ਵਪਾਰ ਅਤੇ ਸਨਅਤੀਕਰਨ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਡੰਡੀ ਇਸ ਦੇ ਦਾਅਵੇ ਵਿੱਚ ਵੱਡੀ ਸੱਚਾਈ ਭਾਸਦੀ ਹੈ ਕਿ ਉਸ ਨੇ 80 ਕਰੋੜ ਦੇ ਲਗਭਗ ਲੋਕਾਂ ਨੂੰ ਅਤ ਗਰੀਬੀ ਤੋਂ ਉੱਪਰ ਚੁੱਕ ਦਿੱਤਾ ਹੈ। ਡੰਡੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਭਾਸ਼ਣ ਵਿੱਚ ਦੇਸ਼ ਵਿੱਚ 1840 ਦੀ ਅਫੀਮ ਦੀ ਜੰਗ ਦਾ ਜ਼ਿਕਰ ਕੀਤਾ, ਜਿਸ ਸਮੇਂ ਦੇਸ਼ ਵਿੱਚ ਗੁਰਬਤ ਅਤੇ ਨਸ਼ੇ ਦਾ ਰਾਜ ਸੀ ਅਤੇ ਉਸ ਤੇ ਇੱਕ ਤਰ੍ਹਾਂ ਨਾਲ ਬਸਤੀਵਾਦੀਆਂ ਦਾ ਵੱਡਾ ਪ੍ਰਭਾਵ ਬਣਿਆ ਹੋਇਆ ਸੀ। ਡੰਡੀ ਉਸ ਦਾ ਸਮਾਜ ਜ਼ਗੀਰਦਾਰੀ ਪ੍ਰਬੰਧ ਦਾ ਗੁਲਾਮ ਹੋ ਕੇ ਰਹਿ ਗਿਆ ਸੀ। ਡੰਡੀ ਅੱਜ ਉੱਥੇ ਹਾਲਾਤ ਬਦਲ ਗਏ ਹਨ। ਡੰਡੀ ਚੀਨ ਨੇ ਇੱਕ ਤਰ੍ਹਾਂ ਨਾਲ ਦੁਨੀਆ ਭਰ ਦੀ ਤਜਾਰਤ ਅਤੇ ਬਾਜ਼ਾਰ ਤੇ ਕਬਜ਼ਾ ਕਰ ਲਿਆ ਹੈ। ਡੰਡੀ ਇਸ ਦੀ ਫੌਜੀ ਸ਼ਕਤੀ ਵਿੱਚ ਵੀ ਅਥਾਹ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ। ਡੰਡੀ ਚਾਹੇ ਅੱਜ ਵੀ ਉੱਥੇ ਸਮਾਜਵਾਦ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਪਰ ਇਸ ਦੀ ਪੁਰਾਣੀ ਪਰਿਭਾਸ਼ਾ ਬਿਲਕੁਲ ਬਦਲ ਗਈ ਜਾਪਦੀ ਹੈ। ਡੰਡੀ ਵਧੇਰੇ ਸ਼ਕਤੀਸ਼ਾਲੀ ਬਣ ਜਾਣ ਕਾਰਨ ਅਤੇ ਇੱਕ ਪਾਰਟੀ ਤਾਨਾਸ਼ਾਹੀ ਅਧੀਨ ਕੁਝ ਚੋਣਵੇਂ ਲੋਕਾਂ ਦੀ ਹੀ ਹਕੂਮਤ ਬਣੀ ਰਹਿਣ ਕਾਰਨ ਚੀਨ ਦੀ ਸਰਕਾਰੀ ਮਾਨਸਿਕਤਾ ਵਿੱਚ ਵੀ ਵੱਡਾ ਬਦਲਾਅ ਆ ਚੁੱਕਾ ਹੈ। ਡੰਡੀ ਦੁਨੀਆ ਦੀ ਹਰ ਤਰ੍ਹਾਂ ਨਾਲ ਸਭ ਤੋਂ ਵੱਡੀ ਸ਼ਕਤੀ ਬਣਨ ਦੀ ਦੌੜ ਵਿੱਚ ਉਹ ਕੌਮਾਂਤਰੀ ਕਾਇਦੇ ਕਾਨੂੰਨ ਭੁੱਲ ਗਿਆ ਜਾਪਦਾ ਹੈ। ਡੰਡੀ ਸ਼ੀ ਜਿਨਪਿੰਗ ਨੇ ਤਾਂ ਸਾਲ 2012 ਵਿੱਚ ਸੱਤਾ ਸੰਭਾਲੀ ਸੀ, ਪਰ ਉਸ ਤੋਂ ਪਹਿਲਾਂ ਹੀ ਚੀਨ ਦੀਆਂ
ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ ਹੈ। ਡੰਡੀ ਇਸ ਦੀ ਸਥਾਪਨਾ 1921 ਵਿੱਚ ਹੋਈ ਸੀ। ਡੰਡੀ ਰੂਸ ਵਿੱਚ ਜ਼ਾਰ ਸਾਮਰਾਜ ਦੇ ਖਿਲਾਫ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਚੀਨ ਵਿੱਚ ਵੀ ਕਮਿਊਨਿਸਟ ਅੰਦੋਲਨ ਨੇ ਜ਼ੋਰ ਫੜ ਲਿਆ ਸੀ। ਡੰਡੀ 1949 ਵਿੱਚ ਦੇਸ਼ ਦੇ ਵੱਡੇ ਕਮਿਊਨਿਸਟ ਆਗੂ ਮਾਓ ਜੇ ਤੁੰਗ ਦੀ ਅਗਵਾਈ ਵਿੱਚ ਸੈਂਟਰ ਪੀਪਲਜ਼ ਗਵਰਨਮੈਂਟ ਬਣ ਗਈ ਸੀ। ਡੰਡੀ ਲਗਭਗ ਪਿਛਲੇ 72 ਸਾਲ ਤੋਂ ਚੀਨ ਵਿੱਚ ਕਮਿਊਨਿਸਟ ਪਾਰਟੀ ਦਾ ਹੀ ਰਾਜ ਚੱਲਿਆ ਆ ਰਿਹਾ ਹੈ। ਡੰਡੀ ਹੁਣ ਉੱਥੋਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਹੈ, ਜਿਸ ਨੇ 2012 ਵਿੱਚ ਸੱਤਾ ਸੰਭਾਲੀ ਸੀ ਅਤੇ ਉਹ ਹੁਣ ਉਮਰ ਭਰ ਲਈ ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਦੇਸ਼ ਦਾ ਰਾਸ਼ਟਰਪਤੀ ਅਤੇ ਫੌਜ ਦਾ ਮੁਖੀ ਹੈ। ਡੰਡੀ ਮਾਓ ਤੋਂ ਸ਼ੁਰੂ ਹੋ ਕੇ ਸ਼ੀ ਤੱਕ ਪਹੁੰਚੇ ਚੀਨ ਨੇ ਅਨੇਕਾਂ ਪੜਾਅ ਤੈਅ ਕੀਤੇ ਹਨ। ਡੰਡੀ ਅੱਜ ਉਹ ਦੁਨੀਆ ਦੀ ਦੂਸਰੀ ਵੱਡੀ ਆਰਥਿਕ ਸ਼ਕਤੀ ਬਣ ਚੁੱਕਾ ਹੈ। ਡੰਡੀ ਆਉਂਦੇ ਸਮੇਂ ਵਿੱਚ ਵੀ ਹਾਲੇ ਚੀਨ ਵਿੱਚ ਇੱਕ ਪਾਰਟੀ ਦਾ ਰਾਜ ਬਣੇ ਰਹਿਣ ਦੀ ਸੰਭਾਵਨਾ ਹੈ। ਡੰਡੀ ਦੂਸਰੇ ਸ਼ਬਦਾਂ ਵਿੱਚ ਹੁਣ ਇਸ ਨੂੰ ਇੱਕ ਪਾਰਟੀ ਜਾਂ ਇਸ ਤੋਂ ਵੀ ਅੱਗੇ ਇੱਕ ਵਿਅਕਤੀ ਦੀ ਤਾਨਾਸ਼ਾਹੀ ਵਾਲਾ ਰਾਜ ਹੀ ਕਿਹਾ ਜਾ ਸਕਦਾ ਹੈ। ਡੰਡੀ ਪਹਿਰਾ ਮਾਓ ਜੇ ਤੁੰਗ ਨੇ ਵੀ ਸਖਤੀ ਨਾਲ ਰਾਜ ਕੀਤਾ ਸੀ, ਪਰ ਉਸ ਤੋਂ ਬਾਅਦ ਦੈਂਗ ਸ਼ਿਆਓਪਿੰਗ ਦੀ ਅਗਵਾਈ ਵਿੱਚ ਦੇਸ਼ ਨੂੰ ਆਰਥਿਕ ਖੁੱਲ੍ਹਾਂ ਦਿੱਤੀਆਂ ਗਈਆਂ ਸਨ ਅਤੇ ਇਸ ਨੂੰ ਇੱਕ ਵੱਡੇ ਬਾਜ਼ਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਸੀ। ਡੰਡੀ ਇਸ ਸਮੇਂ ਵਿੱਚ ਚੀਨ ਨੇ ਵਪਾਰ ਅਤੇ ਸਨਅਤੀਕਰਨ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਡੰਡੀ ਇਸ ਦੇ ਦਾਅਵੇ ਵਿੱਚ ਵੱਡੀ ਸੱਚਾਈ ਭਾਸਦੀ ਹੈ ਕਿ ਉਸਨੇ 80 ਕਰੋੜ ਦੇ ਲਗਭਗ ਲੋਕਾਂ ਨੂੰ ਅਤ ਗਰੀਬੀ ਤੋਂ ਉੱਪਰ ਚੁੱਕ ਦਿੱਤਾ ਹੈ। ਡੰਡੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਭਾਸ਼ਣ ਵਿੱਚ ਦੇਸ਼ ਵਿੱਚ 1840 ਦੀ ਹਫੀਮ ਦੀ ਜੰਗ ਦਾ ਜ਼ਿਕਰ ਕੀਤਾ, ਜਿਸ ਸਮੇਂ ਦੇਸ਼ ਵਿੱਚ ਗੁਰਬਤ ਅਤੇ ਨਸ਼ੇ ਦਾ ਰਾਜ ਸੀ ਅਤੇ ਉਸ ਤੇ ਇੱਕ ਤਰ੍ਹਾਂ ਨਾਲ ਬਸਤੀਵਾਦੀਆਂ ਦਾ ਵੱਡਾ ਪ੍ਰਭਾਵ ਬਣਿਆ ਹੋਇਆ ਸੀ। ਡੰਡੀ ਉਸ ਦਾ ਸਮਾਜ ਜਾਗੀਰਦਾਰੀ ਪ੍ਰਬੰਧ ਦਾ ਗੁਲਾਮ ਹੋ ਕੇ ਰਹਿ ਗਿਆ ਸੀ। ਡੰਡੀ ਅੱਜ ਉੱਥੇ ਹਾਲਾਤ ਬਦਲ ਗਏ ਹਨ। ਡੰਡੀ ਚੀਨ ਨੇ ਇੱਕ ਤਰ੍ਹਾਂ ਨਾਲ ਦੁਨੀਆ ਭਰ ਦੀ ਤਜਾਰਤ ਅਤੇ ਬਾਜ਼ਾਰ ਤੇ ਕਬਜ਼ਾ ਕਰ ਲਿਆ ਹੈ। ਡੰਡੀ ਇਸ ਦੀ ਫੌਜੀ ਸ਼ਕਤੀ ਵਿੱਚ ਵੀ ਅਥਾਹ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ। ਡੰਡੀ ਚਾਹੇ ਅੱਜ ਵੀ ਉੱਥੇ ਸਮਾਜਵਾਦ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਪਰ ਇਸ ਦੀ ਪੁਰਾਣੀ ਪਰਿਭਾਸ਼ਾ ਬਿਲਕੁਲ ਬਦਲ ਗਈ ਜਾਪਦੀ ਹੈ। ਡੰਡੀ ਵਧੇਰੇ ਸ਼ਕਤੀਸ਼ਾਲੀ ਬਣ ਜਾਣ ਕਾਰਨ ਅਤੇ ਇੱਕ ਪਾਰਟੀ ਤਾਨਾਸ਼ਾਹੀ ਅਧੀਨ ਕੁਝ ਚੋਣਵੇਂ ਲੋਕਾਂ ਦੀ ਹੀ ਹਕੂਮਤ ਬਣੀ ਰਹਿਣ ਕਾਰਨ ਚੀਨ ਦੀ ਸਰਕਾਰੀ ਮਾਨਸਿਕਤਾ ਵਿੱਚ ਵੀ ਵੱਡਾ ਬਦਲਾਅ ਆ ਚੁੱਕਾ ਹੈ। ਡੰਡੀ ਦੁਨੀਆ ਦੀ ਹਰ ਤਰ੍ਹਾਂ ਨਾਲ ਸਭ ਤੋਂ ਵੱਡੀ ਸ਼ਕਤੀ ਬਣਨ ਦੀ ਦੌੜ ਵਿੱਚ ਉਹ ਕੌਮਾਂਤਰੀ ਕਾਇਦੇ ਕਾਨੂੰਨ ਭੁੱਲ ਗਿਆ ਜਾਪਦਾ ਹੈ। ਡੰਡੀ ਸ਼ੀ ਜਿਨਪਿੰਗ ਨੇ ਤਾਂ ਸਾਲ 2012 ਵਿੱਚ ਸੱਤਾ ਸੰਭਾਲੀ ਸੀ, ਪਰ ਉਸ ਤੋਂ ਪਹਿਲਾਂ ਹੀ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਪੂਰੀ ਤਰ੍ਹਾਂ ਉਜਾਗਰ ਹੋਣੀਆਂ ਸ਼ੁਰੂ ਹੋ ਗਈਆਂ ਸਨ। ਡੰਡੀ ਅੱਜ ਇਸ ਦਾ ਦਰਜਨਾਂ ਹੀ ਦੇਸ਼ਾਂ ਨਾਲ ਦੱਖਣੀ ਚੀਨ ਸਾਗਰ ਦੇ ਵੱਧ ਤੋਂ ਵੱਧ ਖੇਤਰ ਤੇ ਕਬਜ਼ਾ ਜਮਾਉਣ ਦੀ ਨੀਤੀ ਕਾਰਨ ਝਗੜਾ ਪਿਆ ਹੋਇਆ ਹੈ। ਡੰਡੀ ਪੰਡਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਉਹ ਭਾਰਤ ਨਾਲ ਸਰਹੱਦੀ ਮਸਲਿਆਂ ਤੇ ਉਲਝਿਆ ਰਿਹਾ ਹੈ ਅਤੇ ਹੁਣ ਤੱਕ ਭਾਰਤ ਦੇ ਵੱਡੇ ਇਲਾਕੇ ਤੇ ਕਾਬਜ ਹੈ। ਡੰਡੀ ਤਾਈਵਾਨ, ਭੂਟਾਨ ਅਤੇ ਹਾਂਗਕਾਂਗ ਨਾਲ ਛਿੜੇ ਵਿਵਾਦਾਂ ਨੇ ਉਸ ਨੂੰ ਦੁਨੀਆ ਭਰ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਦੂਰ ਕਰ
ਦਿੱਤਾ ਹੈ ਡੰਡੀ ਸਟਾਪ।